अस्सलाम वालेकुम नाज़रीन। प्रोग्राम सोच विचार ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਅਹਿਮਦ ਵੜਾਇਚ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਨਾਜ਼ਰੀਨ, ਅੱਜ ਅਸੀਂ ਤੁਹਾਡੀ ਸੋਸ਼ਲ ਅਵੇਅਰਨੈਸ ਵਾਸਤੇ ਅੱਜ ਅਸੀਂ ਆਪਣੇ ਪੈਨਲ ਦੇ ਨਾਲ ਬੜੀਆਂ ਸੌਖੀਆਂ ਤੇ ਆਸਾਨ ਗੱਲਾਂ ਕਰਾਂਗੇ ਤਾਂ ਕਿ ਤੁਹਾਡੇ ਤੱਕ ਹਰ ਚੀਜ਼ ਆਰਾਮ ਨਾਲ ਪਹੁੰਚ ਸਕੇ ਆਸਾਨੀ ਦੇ ਨਾਲ। ਅੱਜ ਅਸੀਂ ਨਾਜ਼ਰੀਨ ਗੱਲ ਕਰਾਂਗੇ ਟੈਕਸ ਲਾਅ ਦੇ ਉੱਤੇ ਕਿ ਟੈਕਸ ਕਾਨੂੰਨ ਕੀ ਹੁੰਦਾ ਹੈ, क्या सानू एक अच्छा शहरी होने के नाते टैक्स अदा करना चाहिए, नहीं करना चाहिए, और पूरी दुनिया ते जिहड़ा टैक्स अदा किया जाता है यकीनी तौर पर उहदे नाल स्टेट भी मजबूत होती है, और अगर स्टेट मजबूत होती है तो उहदे शहरी भी जिहड़े ने वो अल्टीमेटली जरूर फायदा उन्होंने पहुँचता है, डायरैक्ट उन्होंने पहुँचता फायदा। और दूसरे नंबर पर नाज़रीन असीं गल करांगे फौजदारी कानून के उत्ते कि अगर किसी नाल कोई अचानक मिसहैप हो जाता है या रात के वक्त कोई किसी शख्स के नाल कोई ऐसा मसला दरपेश आ जाता है कि उन्होंने कोई तकलीफ पहुँचती है, उदों कोई चीज़ चोरी हो जाती है या रात को कोई ट्रैसपास करके उहदे घर की दहलीज तक पहुँच जाता है, तो इस जिहड़ियां गल्लां ने उन्होंने फौरी तौर पर जिहड़ा ना वो इंसाफ लैण वास्ते या अपनी दरखास्त देने वास्ते किहड़े प्लेटफॉर्म पर सब तो पहले जाना चाहिए। ਅਸੀਂ ਇਹ ਦੋਨੋਂ ਮੌਜੂ ਜਿਹੜੇ ਨੇ ਇਹਨਾਂ 'ਤੇ ਗੱਲ ਕਰਨ ਵਾਸਤੇ ਅਸੀਂ ਆਪਣੇ ਮੌਜੂਦ ਮਹਿਮਾਨ ਬੁਲਾਏ ਨੇ। ਸਾਡੇ ਪਰੌਣੇ ਸਾਡੇ ਕੋਲ ਅੱਜ ਤਸ਼ਰੀਫ ਫਰਮਾ ਨੇ। ਬਹੁਤ ਸ਼ੁਕਰੀਆ ਅਸੀਂ ਉਹਨਾਂ ਦਾ ਅਦਾ ਕਰਨੇ ਹਾਂ ਕਿ ਜਨਾਬ ਵਸੀਮ ਭੱਟ ਸਾਹਿਬ ਤਸ਼ਰੀਫ ਲੈ ਕੇ ਆਏ ਨੇ। ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਇੱਥੇ ਆਏ ਜੇ, ਔਰ ਉਹਨਾਂ ਦੇ ਨਾਲ ਟੈਕਸ ਲਾਅ ਦੇ ਮੁਤਲਕ ਗੱਲ ਕਰਨ ਵਾਸਤੇ ਸਾਨੂੰ ਦੱਸਣ ਵਾਸਤੇ ਕਿ ਟੈਕਸ ਕੀ ਹੁੰਦਾ ਹੈ ਤਸ਼ਰੀਫ ਲੈ ਕੇ ਆਏ ਨੇ ਜਨਾਬ ਇਫਤਖਾਰ ਚੋਈ ਸਾਹਿਬ। ਚੋਈ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲੈ ਕੇ ਆਏ ਹੋ। ਭੱਟ ਸਾਹਿਬ, ਮੈਂ ਪਹਿਲਾ ਸਵਾਲ ਤੁਹਾਡੇ ਕੋਲ ਪੁੱਛਾਂਗਾ ਕਿ ਬੁਨਿਆਦੀ ਤੌਰ 'ਤੇ ਜਿਹੜਾ ਜ਼ਾਬਤਾ ਫੌਜਦਾਰੀ ਹੈ ਜਾਂ ਫੌਜਦਾਰੀ ਜਿਹੜਾ ਕਾਨੂੰਨ ਹੈ ਇਹਦਾ ਮਤਲਬ ਕੀ ਹੈ? ਅੱਛਾ, ਸਾਡੇ ਇੱਥੇ ਜਿਹੜੇ ਕਵਾਨੀਨ ਨੇ ਇੱਕ ਦੀਵਾਨੀ ਜਿਹੜੇ ਜ਼ਮੀਨਾਂ ਦੇ ਮੁਤਲਕ ਜਾਇਦਾਦ ਦੇ ਮੁਤਲਕ ਨੇ। ਜਿੱਥੇ ਕੋਈ ਜੁਰਮ ਹੁੰਦਾ ਹੈ ਉੱਥੇ ਫੌਜਦਾਰੀ ਕਾਨੂੰਨ ਆਉਂਦਾ ਹੈ। ਫੌਜਦਾਰੀ ਕਾਨੂੰਨ ਵਿੱਚ ਸਾਡੇ ਕੋਲ ਜਿਹੜਾ ਬੁਨਿਆਦੀ ਕਾਨੂੰਨ ਹੈ ਉਹ ਹੈ ਪਾਕਿਸਤਾਨ ਪੀਨਲ ਕੋਡ, ਤਾਜ਼ੀਰਾਤ ਪਾਕਿਸਤਾਨ। ਔਰ ਉਹਦਾ ਤਰੀਕੇਕਾਰ ਕੀ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਫੌਜਦਾਰੀ ਮੁਕੱਦਮਾਤ ਚੱਲਣਗੇ ਜਾਂ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ, ਉਹਨੂੰ ਡੀਲ ਕਰਦਾ ਹੈ ਜ਼ਾਬਤਾ ਫੌਜਦਾਰੀ। ਤੇ ਇਹ ਬੁਨਿਆਦੀ ਫਰਕ ਹੈ। ਔਰ ਫੌਜਦਾਰੀ ਕਾਨੂੰਨ ਜਿਹੜਾ ਹੈ ਇਹ ਸਿਰਫ ਔਰ ਸਿਰਫ ਅਗਰ ਵਟਸਐਪ ਅਗਰ ਕਿਤੇ ਕੋਈ ਵਕੂਆ ਰੂਪ ਨਮਾ ਹੋ ਜਾਂਦਾ ਹੈ, ਕਿਤੇ ਕੋਈ ਮਸਲਾ ਹੋ ਜਾਂਦਾ ਹੈ, ਬਸ ਤੁਸੀਂ ਰਾਤ ਤਾਂ ਸਮਝ ਲਓ ਰਾਤ ਦਾ ਕੋਈ ਪੈਰ ਹੈ, ਅਚਾਨਕ ਕਿਸੇ ਨੂੰ ਕੋਈ ਮਸਲਾ ਹੋਇਆ ਹੈ, ਕੋਈ ਥ੍ਰੈਟਸ ਮਿਲੇ ਨੇ ਜਾਂ ਉਹਨੂੰ ਕੋਈ ਕਿਸੇ ਨੇ ਕੋਈ ਚੋਰੀ ਵਾਸਤੇ ਉਹਦੇ ਨਾਲ ਕੋਈ ਘਰ ਤੱਕ ਕਿਸੇ ਟ੍ਰੈਸ ਪਾਸ ਕੀਤਾ ਉਹਦੇ ਘਰ ਵਾਸਤੇ, ਤਾਂ ਉਹ ਫੌਰੀ ਤੌਰ 'ਤੇ ਜਿਹੜਾ ਸਾਇਲ ਹੈ ਉਹਨੂੰ ਲੈ ਕੇ ਆਪਣਾ ਜਿਹੜੀ ਇਹ ਦਰਖਾਸਤ ਹੈ ਉਹਨੂੰ ਕਿੱਥੇ ਜਾਣਾ ਚਾਹੀਦਾ ਹੈ ਔਰ ਉਹਦਾ ਤਰੀਕਾਕਾਰ ਕੀ ਹੈ? ਅੱਛਾ, ਜਦੋਂ ਵੀ ਕਿਸੇ ਸ਼ਹਿਰੀ ਨੂੰ ਕੋਈ ਮਸਲਾ ਹੋਵੇ, ਉਹਦੇ ਖਿਲਾਫ ਕੋਈ ਜੁਰਮ ਸਰਜ਼ਦ ਹੋਵੇ, ਕੋਈ ਬੰਦਾ ਨੂੰ ਆ ਕੇ ਥ੍ਰੈਟ ਕਰਦਾ ਹੈ, ਕੋਈ ਹਮਲਾ ਕਰਦਾ ਹੈ, ਕੋਈ ਜ਼ਖਮੀ ਕਰਦਾ ਹੈ, ਕੋਈ ਉਹਦੀ ਚੀਜ਼ ਚੋਰੀ ਹੋ ਜਾਂਦੀ ਹੈ, तो फौरी तौर पर क्योंकि मुल्की इदारे ने जिहड़ी उहदी हिफाजत वास्ते बनाए गए हैं उन्हां चों सब तो अहम इदारा पुलिस है। अगर तुहानूं कोई भी मसला किसी वक्त होवे तो फौरी तौर पर पुलिस नाल राबता करो। उन्होंने टैलीफोनिकली तुसीं कर सकते हो, 15 ते कॉल है। और अगर कोई पुलिस स्टेशन तुहाडे नज़दीक है और तुसीं जाके सिर्फ कंप्लेंट करना चाहते हो तो तुसीं एक दरखास्त लिख के मुतलका SHO नूं थाणिਆਂ ਦੇ अंदर हुण फ्रंट डेस्क बने ने, फ्रंट डेस्क वालिਆਂ ਨੂੰ दरखास्त दिओगे, ਉਹਦਾ ਅੰਦਰਾਜ ਕਰਨਗੇ, ਉਹਦੇ 'ਚ ਕੰਪਿਊਟਰ ਨੰਬਰ ਤੁਹਾਨੂੰ ਲਗਾ ਕੇ ਤੁਹਾਡੀ ਦਰਖਾਸਤ ਦੇ ਦੇਣਗੇ, ਤੁਹਾਨੂੰ ਉਹਦੀ ਰਸੀਦ ਦੇ ਦੇਣਗੇ। ਉਹ ਰਸੀਦ ਲੈ ਕੇ ਤੁਸੀਂ ਕਿਸੇ ਵਕਤ ਚਾਹੋ ਤੇ ਥਾਣੇ ਤੋਂ ਆ ਕੇ ਪੁੱਛ ਸਕਦੇ ਹੋ। ਅਗਰ ਤੁਸੀਂ ਥਾਣੇ ਨਹੀਂ ਜਾਂਦੇ ਤਾਂ ਤੁਸੀਂ ਆਨਲਾਈਨ ਨੈੱਟ ਦੇ ਜ਼ਰੀਏ ਵੀ ਉਹਨਾਂ ਚੀਜ਼ਾਂ ਨੂੰ ਦੇਖ ਸਕਦੇ ਹੋ। ਅੱਛਾ, ਮੈਂ ਸਿਰਫ ਤੁਹਾਨੂੰ ਇੱਕ ਚੀਜ਼ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਜਦੋਂ ਤੁਸੀਂ ਦਰਖਾਸਤ ਲਿਖੋ, ਪਹਿਲਾ ਇਹ ਕਿ ਫੌਰੀ ਤੌਰ 'ਤੇ ਪੁਲਿਸ ਨੂੰ ਕੋਈ ਵਕੂਆ ਹੁੰਦਾ ਤਾਂ ਉਹਦੀ ਇਤਲਾਹ ਦਿਓ। दूसरी चीज़ है वो लिखने के मुतलक तुसी एहतियात की करनी है कि जिस वक्त वकूआ होया है, जिहड़ी तारीख है और जिहड़ी जगह है, ये उहदे च ज़रूर लिखो। और अगर उस वक्त कोई गवाह मौजूद ने तुहाडे नाल है कोई बंदा या उत्थे देखने वाले ने तो उन्हां दा नाम भी उहदे च दर्ज करो। अगर एक ले मैन है बिल्कुल पिंड दा सादा बंदा है, वो लिखना पढ़ना नहीं जानता और रात नूं उहदे नाल वकूआ भी हो गया है, किस तरह वो थाने जाके लिख तो सकदा नहीं, फिर किस तरह पुलिस नूं मुतमिन करेगा जाके? तुसी जाके थाने 'ਚ ਉੱਥੇ ਜਾਓਗੇ, ਉਹਨਾਂ ਨੂੰ ਦੱਸੋਗੇ ਪੁਲਿਸ ਆਫੀਸਰ ਦਾ ਉਹਦੀ ਇਹ ਵੀ ਡਿਊਟੀ ਹੈ ਕਿ ਅਗਰ ਆ ਕੇ ਕੋਈ ਇਤਲਾਹ ਦਿੰਦਾ ਹੈ ਤੇ ਉਹਦੇ ਕੋਲੋਂ ਸੁਣ ਕੇ ਸਾਰਾ ਵਕੂਆ ਜਿਸ ਤਰੀਕੇ ਨਾਲ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਲਿਖੇ, ਹਰਫ ਬਰਫ। ਅਗਰ ਤੁਸੀਂ ਦੱਸਦੇ ਹੋ ਕਿ ਉਸ ਵਕਤ ਇਹ ਗਵਾਹ ਸਨ, ਇਸ ਵਕਤ ਇਹ ਟਾਈਮ ਹੈ ਵਕੂਏ ਦਾ, ਤੇ ਉਸੇ ਤਰੀਕੇ ਨਾਲ ਲਿਖੇਗਾ। ਉਦੋਂ ਤੁਸੀਂ ਜਦੋਂ ਲਿਖ ਲੈਂਦਾ ਹੈ ਤੇ ਫਿਰ ਤੁਸੀਂ ਉਹਨੂੰ ਕਹੋ ਮੈਨੂੰ ਪੜ੍ਹ ਕੇ ਸੁਣਾ। ਬਿਲਕੁਲ ਠੀਕ ਹੈ। ਜਦੋਂ ਉਹ ਤੁਹਾਨੂੰ ਪੜ੍ਹ ਕੇ ਸੁਣਾਏਗਾ ਫਿਰ ਤੁਸੀਂ ਸਮਝਦੇ ਹੋ ਕਿ ਉਹਨੇ ਠੀਕ ਸਾਰੀਆਂ ਚੀਜ਼ਾਂ ਲਿਖੀਆਂ ਨੇ, ਫਿਰ ਉੱਤੇ ਦਸਤਖਤ ਕਰ ਦਿਓ ਜਾਂ ਅੰਗੂਠੇ ਦਾ ਨਿਸ਼ਾਨ ਲਾ ਦਿਓ। ਫਿਰ ਵੀ ਤੁਹਾਨੂੰ ਉਹ ਰਸੀਦ ਦੇਗਾ ਫਰੰਟ ਡੈਸਕ ਵਾਲਾ, ਉਹ ਰਸੀਦ ਲੈ ਕੇ ਤੁਸੀਂ ਉਸ ਕੇਸ ਦੀ ਪੈਰਵੀ ਕਰ ਸਕਦੇ। ਚਲੋ ਬਿਲਕੁਲ, ਜਿਹੜੇ ਸਾਡੇ ਹਾਲਾਤ ਨੇ ਅਸੀਂ ਆਪਣੇ ਕਲਚਰ ਨੂੰ ਦੇਖਦੇ ਹਾਂ। ਮੈਂ ਇਹ ਛੋਟਾ ਜਿਹਾ ਸਵਾਲ ਇਹਦੇ ਵਿੱਚ ਹੀ ਹੈ ਕਿ ਬਾਜ਼ ਔਕਾਤ ਲੋਕ ਜਿਹੜੇ ਨੇ ਪੁਲਿਸ ਕੋ ਜਾਂਦੇ ਆ ਬੜੇ ਡਰਦੇ ਨੇ, ਹਿਚਕਚਾਉਂਦੇ ਨੇ, ਆਪਣੀ ਗੱਲ ਸਹੀ ਤਰ੍ਹਾਂ ਦੱਸ ਨਹੀਂ ਪਾਉਂਦੇ।
ਉਹਦਾ ਕੀ ਤਰੀਕਾਕਾਰ ਹੈ ਕਿ ਅਗਰ ਉਹ ਕਿਆ ਉਹ ਇੰਨੀ ਕਪੈਸਿਟੀ ਰੱਖਦਾ ਹੈ, ਹੈਸੀਅਤ ਰੱਖਦਾ ਕਿ ਉਹ ਐਸਐਚਓ ਜਾਂ ਪੁਲਿਸ ਜਿਹੜਾ ਰਾਤ ਨੂੰ ਉੱਥੇ ਮੁੰਚੀ ਬੈਠਾ ਹੈ ਉਹਨੂੰ ਕਹਿ ਦੇਵੇ ਕਿ ਭਾਈ ਜੀ ਨੇ ਮੈਨੂੰ ਜ਼ਰਾ ਪੜ੍ਹ ਕੇ ਵੀ ਸੁਣਾਓ ਹੁਣ ਤੁਸੀਂ ਕੀ ਲਿਖਿਆ ਹੈ? ਕਿਆ ਉਹ ਤੁਸੀਂ ਸਮਝਦੇ ਜੀ ਕਿ ਇਸ ਨਿਜ਼ਾਮ 'ਚ ਉਹ ਬੰਦਾ ਜਿਹੜਾ ਲੇਮੈਨ ਹੈ? ਅੱਛਾ, ਸਾਡੇ ਇੱਥੇ ਨਾ ਮੁਆਸ਼ਰੇ ਦਾ ਇੱਕ ਅਲਮੀਆ ਹੈ ਕਿ ਅਸੀਂ ਹਰ ਨੈਗੇਟਿਵ ਗੱਲ ਨੂੰ ਫੌਰੀ ਤੌਰ ਤੇ ਮੰਨ ਲੈਂਦੇ ਹਾਂ। ਬਿਲਕੁਲ ਪੁਲਿਸ ਦੇ ਰਵੱਈਏ ਦੇ ਮੁਤਲਕ ਵੀ ਆਹਿਸਤਾ ਸਾਡਾ ਇੰਨਾ ਪੁਖਤਾ ਯਕੀਨ ਹੋ ਗਿਆ ਕਿ ਪੁਲਿਸ ਜਿਹੜੀ ਹੈ ਉਹ ਕੋਆਪਰੇਟ ਨਹੀਂ ਕਰਦੀ। ਠੀਕ ਹੈ ਅੱਛਾ, ਗਵਰਨਮੈਂਟ ਨੇ ਵੀ ਹਮੇਸ਼ਾ ਕੋਸ਼ਿਸ਼, ਜਿਹੜੀ ਮਰਜ਼ੀ ਗਵਰਨਮੈਂਟ ਆਈ ਹੈ, ਉਹਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦਾ ਪੁਲਿਸ ਤੇ ਇਤਮਾਦ ਵਧੇ। ਔਰ ਪੁਲਿਸ ਆਫੀਸਰ ਜਿਹੜੇ ਨੇ ਉਹਨਾਂ ਨੇ ਵੀ ਕੋਸ਼ਿਸ਼, ਸੁਪੀਰੀਅਰ ਪੁਲਿਸ ਆਫੀਸਰਸ ਨੇ ਉਹਨਾਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਸਟੇਸ਼ਨ ਦਾ ਮਾਹੌਲ ਬਿਹਤਰ ਕੀਤਾ ਜਾਏ। ਅੱਜ ਜਿਹੜਾ ਪੁਲਿਸ ਸਟੇਸ਼ਨ ਦਾ ਮਾਹੌਲ ਹੈ, ਅੱਜ ਤੋਂ 10 ਸਾਲ ਪਹਿਲੇ ਵਾਲੇ ਪੁਲਿਸ ਸਟੇਸ਼ਨ ਦਾ ਨਹੀਂ। ਬਿਲਕੁਲ ਠੀਕ ਹੈ। ਫਰੰਟ ਡੈਸਕ ਤੇ ਸਿਵਲੀਅਨਸ ਬੈਠੇ ਨੇ, ਉਹ ਯੂਨੀਫਾਰਮ 'ਚ ਨਹੀਂ ਆਣ, ਔਰ ਤੁਸੀਂ ਜਿਸ ਤਰ੍ਹਾਂ ਕਹੋਗੇ ਉਹ ਉਸੇ ਤਰ੍ਹਾਂ ਹੀ ਲਿਖਣਗੇ। ਬਿਲਕੁਲ। ਅੱਛਾ, ਤੁਸੀਂ ਅਗਰ ਥਾਣੇ 'ਚ ਤੁਹਾਨੂੰ ਕੋਈ ਸ਼ਿਕਾਇਤ ਹੈ, ਮਤਲਬ ਤੁਸੀਂ ਸਮਝਦੇ ਹੋ ਕਿ ਮੁਹਰਰ ਜਾਂ ਉੱਥੇ ਕੋਈ ਬੰਦਾ ਜਿਹੜਾ ਤੁਹਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ, ਹਰ ਥਾਣੇ ਦੇ ਬਾਹਰ ਸ਼ਿਕਾਇਤ ਦੇ ਨੰਬਰ ਲਿਖੇ ਨੇ ਜਿਹਦੇ ਤੇ ਤੁਸੀਂ ਕਿਸੇ ਵਕਤ ਵੀ ਸੁਪੀਰੀਅਰ ਪੁਲਿਸ ਆਫੀਸਰ ਨੂੰ ਦੱਸ ਸਕਦੇ ਹੋ, ਇਤਲਾਹ ਕਰ ਸਕਦੇ ਹੋ। ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜੇ ਟੈਕਸ ਹੈ, ਕਿਉਂਕਿ ਹਰ ਸ਼ਹਿਰੀ ਦਾ ਇੱਕ ਫਰਜ਼ ਹੈ ਕਿ ਉਹ ਆਪਣੀ ਰਿਆਸਤ ਨੂੰ ਪੇ ਕਰਦਾ, ਟੈਕਸ ਪੇ ਕਰਨਾ ਚਾਹੀਦਾ ਉਹਨੂੰ, ਨਿਜ਼ਾਮੀ ਅਮੂਰ ਚਲਾਉਣ ਵਾਸਤੇ ਉਹਦਾ ਹੀ ਫਾਇਦਾ ਹੈ। ਉਹ ਟੈਕਸ ਜਿਹੜਾ ਕਿਸ ਤਰ੍ਹਾਂ ਅਦਾ ਕਰਨਾ ਚਾਹੀਦਾ ਜਾਂ ਟੈਕਸ ਦਾ ਮਤਲਬ ਕੀ ਹੈ? ਫਾਈਲਰ ਔਰ ਨਾਨ ਫਾਈਲਰ 'ਚ ਤੁਸੀਂ ਜ਼ਰਾ ਫਰਕ ਸਮਝਾ ਦਿਓ ਸਾਡੇ ਨਾਜ਼ਰੀਨ ਨੂੰ। ਟੈਕਸ ਦਾ ਬੁਨਿਆਦੀ ਤੌਰ ਤੇ ਮਤਲਬ ਇਹ ਹੈ ਕਿ ਇਹ ਉਹ ਮਹਿਸੂਲਾਤ ਨੇ ਜਿਹੜੇ ਗੌਰਮੈਂਟ ਨੇ ਇਹ ਆਪਣੇ ਜਿਹੜੇ ਮਹਿਸੂਲਾਤ ਵਸੂਲ ਕਰਨੇ ਹੁੰਦੇ ਆ ਆਪਣੇ ਸ਼ਹਿਰੀਆਂ ਤੋਂ, ਜਿਹੜੇ ਕਿ ਕੋਈ ਕਾਰੋਬਾਰ ਕਰ ਰਿਹਾ ਹੈ, ਕੋਈ ਨੌਕਰੀ ਕਰ ਰਿਹਾ, ਮੁਲਾਜ਼ਮਤ ਕਰ ਰਿਹਾ, ਉਹਨਾਂ ਨੇ ਇੱਕ ਰੇਸ਼ੋ ਰੱਖੀ ਕਿ ਇਹ ਟੈਕਸ ਜਿਹੜਾ ਇਹ 'ਤੇ ਜਿਹੜਾ ਆਇਦ ਹੈ ਇਸ ਬੰਦੇ ਤੇ ਜਾਂ ਉਸ ਅਦਾਰੇ ਦੇ ਉੱਤੇ, ਇਹ ਟੈਕਸ ਉਹਨਾਂ ਨੇ ਉਹ ਕਲੈਕਟ ਔਰ ਵਸੂਲ ਕਰਨਾ ਹੈ। ਔਰ ਕੋਈ ਵੀ ਮੁਲਕ, ਕੋਈ ਵੀ ਰਿਆਸਤ ਜਿਹੜੀ ਹੈ ਬਗੈਰ ਟੈਕਸ ਤੋਂ, ਬਗੈਰ ਵਸੂਲੀਆਂ ਤੋਂ, ਬਗੈਰ ਕਿਸੇ ਫੰਡਸ ਤੋਂ ਜਿਹੜਾ ਹੈ ਉਹ ਨਹੀਂ ਚੱਲ ਸਕਦੀ। ਇੱਥੇ ਬੁਨਿਆਦੀ ਫਰਕ ਇਹ ਪਹਿਲੀ ਗੱਲ ਤੇ ਇਹ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਇਹ ਕੰਮ ਜ਼ਿੰਮੇਦਾਰੀ ਨਾਲੋਂ ਜ਼ਿਆਦਾ ਅਹਿਸਾਸੇ ਜ਼ਿੰਮੇਦਾਰੀ ਦਾ ਹੈ ਕਿ ਟੈਕਸ ਅਦਾ ਕਰਨਾ ਚਾਹੀਦਾ, ਹਰ ਸ਼ਹਿਰੀ ਨੂੰ ਅਦਾ ਕਰਨਾ ਚਾਹੀਦਾ, ਜਿਹੜਾ ਬੰਦਾ ਮੁਲਾਜ਼ਮਤ ਕਰ ਰਿਹਾ, ਜਿਹੜਾ ਬੰਦਾ ਕਾਰੋਬਾਰ ਕਰ ਰਿਹਾ। ਲਿਹਾਜ਼ਾ ਇਹ ਟੈਕਸ ਜਿਹੜਾ ਇਹ ਉਹ ਮਹਿਸੂਲਾਤ ਨੇ ਜਿਹੜਾ ਹਕੂਮਤ ਜਿਹੜੀ ਹੈ ਉਹ ਆਇਦ ਕਰਦੀ ਹੈ ਆਪਣੇ ਸ਼ਹਿਰੀ। ਬਾਜ਼ ਔਕਾਤ ਲੋਕ ਸਮਝਦੇ ਤੇ ਮੈਂ ਅਗਰ ਟੈਕਸ ਦਿੱਤਾ ਜਾਂ ਮੈਂ ਟੈਕਸ ਨੈਟ 'ਚ ਆ ਜਾਣਾ ਤੇ ਸ਼ਾਇਦ ਹਕੂਮਤ ਨੂੰ, ਸਰਕਾਰ ਨੂੰ ਇਸ ਗੱਲ ਦਾ ਪਤਾ ਨਾ ਚੱਲ ਜਾਏ ਕਿ ਮੈਂ ਕਿੰਨਾ ਅਮੀਰ ਹਾਂ ਜਾਂ ਮੇਰੇ ਕੋਲ ਕਿਹੜੀ ਕਿਹੜੀ ਪ੍ਰਾਪਰਟੀਜ਼ ਨੇ, ਔਰ ਮੈਨੂੰ ਸਰਕਾਰ ਉਹਦੇ ਮੁਤਬਾਦਲ ਇਹ ਪੁੱਛਣ ਆ ਜੇ ਕਿ ਤੂੰ ਇਹ ਲੈ ਕੇ ਕਿੱਥੋਂ ਆਉਂਦੀਆਂ ਨੇ, ਇਹ ਬਣਾਈਆਂ ਕਿਸ ਤਰ੍ਹਾਂ ਨੇ। ਤੁਸੀਂ ਥੋੜ੍ਹਾ ਜਿਹਾ ਸਿਰਫ ਇਹ ਗੁਜ਼ਾਰਿਸ਼ ਕਰ ਦਿਓ ਚੋਈ ਸਾਹਿਬ ਇਹਦੇ ਵਿੱਚ ਕਿ ਸਿਰਫ ਨਾਜ਼ਰੀਨ ਦੱਸਣ ਦਾ ਮਤਲਬ ਇਹ ਵੇ ਕਿ ਇਹਦਾ ਫਾਇਦਾ ਕੀ ਹੈ ਸਾਨੂੰ, ਯਾਨੀ ਕਿ ਸਾਨੂੰ ਟੈਕਸ ਨੈਟ ਵਿੱਚ ਆਉਣ ਦਾ ਕੋਈ ਫਾਇਦਾ ਮਿਲਦਾ ਕਿ ਨਹੀਂ ਮਿਲਦਾ? ਬਿਲਕੁਲ, ਜਿਹੜਾ ਟੈਕਸ ਜਮ੍ਹਾਂ ਕਰਵਾ ਰਿਹਾ ਬੰਦਾ, ਜਿਹੜਾ ਟੈਕਸ ਫਾਈਲਰ ਹੈ, ਉਹਨੂੰ ਫਾਇਦਾ ਹੀ ਫਾਇਦਾ ਹੈ, ਔਰ ਜਿਹੜਾ ਨਾਨ ਫਾਈਲਰ ਹੈ ਉਹਨੂੰ ਨੁਕਸਾਨ ਹੀ ਨੁਕਸਾਨ ਹੈ। ਉਹ ਬਚਤ ਕਿਸ 'ਚ ਹੈ? ਉਹ ਬਚਤ ਇਹ ਹੈ ਕਿ ਫਰਜ਼ ਕਰੋ ਉਹ ਕੋਈ ਪ੍ਰਾਪਰਟੀ ਖਰੀਦਦਾ ਤੇ ਉਹਦੇ ਵਿੱਚ ਵੀ ਜਿਹੜੀ ਟੈਕਸ ਨੇ ਬਚਤ ਦਿੱਤੀ ਹੈ ਟੈਕਸ ਕਵਾਨੀਨ ਦੇ ਵਿੱਚ ਉਸ ਬੰਦੇ ਨੂੰ, ਉਹ ਬਚਤ ਉਹਨੂੰ ਹਾਸਿਲ ਹੈ। ਬਿਲਕੁਲ ਠੀਕ ਹੈ। ਇਸ ਤਰ੍ਹਾਂ ਜਿੰਨੇ ਵੀ ਸਹੂਲਤਾਂ ਇੱਕ ਫਾਈਲਰ ਨੂੰ ਹਾਸਿਲ ਨੇ ਕਾਨੂੰਨ ਦੇ ਜ਼ਰੀਏ, ਜਿਹੜੇ ਇਨਕਮ ਟੈਕਸ ਦੇ ਕਵਾਨੀਨ ਨੇ, ਉਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਫਾਈਲਰ ਨੂੰ ਹਾਸਿਲ ਨੇ, ਉਹ ਸਹੂਲਤਾਂ ਦਾ ਫਾਇਦਾ ਉਹ ਬੰਦਾ ਜਿਹੜਾ ਚੁੱਕ ਸਕਦਾ ਹੈਗਾ, ਜਿਹੜਾ ਬੰਦਾ ਟੈਕਸ ਪੇ ਕਰਦਾ। ਤਾਂ ਜਿਹੜਾ ਨਾਨ ਫਾਈਲਰ ਹੈ ਉਹ ਟੈਕਸ ਵੀ ਜ਼ਿਆਦਾ ਪੇ ਕਰ ਰਿਹਾ ਹੁੰਦਾ ਤੇ ਲੇਕਿਨ ਉਹ ਚੂੰਕਿ ਨਿਜ਼ਾਮ ਦੇ ਵਿੱਚ ਨਹੀਂ ਹੈ, ਉਸ ਔਰਬਿਟ ਦੇ ਵਿੱਚ ਨਹੀਂ ਹੈ, ਉਹਨੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਈ ਹੋਈ ਬਤੌਰ ਫਾਈਲਰ, ਲਿਹਾਜ਼ਾ ਉਹਨੂੰ ਨੁਕਸਾਨ ਹੀ ਨੁਕਸਾਨ ਹੈ। ਲਿਹਾਜ਼ਾ ਫਾਈਲਰ ਹੋਣਾ ਇਹ ਫਾਇਦਾਮੰਦ ਹੈ ਹਰ ਸ਼ਹਿਰੀ ਵਾਸਤੇ। ਪਾਕਿਸਤਾਨ ਦੇ ਕਿੰਨੇ % ਲੋਕ ਨੇ ਜਿਹੜੇ ਡਾਇਰੈਕਟ, ਇਨਡਾਇਰੈਕਟ ਤੇ ਸਾਰੇ ਟੈਕਸ ਪੇ ਕਰਦੇ? ਦੇਖੋ ਜੀ, ਇਨਡਾਇਰੈਕਟ ਟੈਕਸਿਸ ਤਕਰੀਬਨ ਹਰ ਬੰਦਾ ਭਾਵੇਂ ਫਾਈਲਰ ਹੋਵੇ, ਨਾਨ ਫਾਈਲਰ ਹੋਵੇ, ਉਹ ਪੇ ਕਰ ਰਿਹਾ ਹੈਗਾ। ਲੇਕਿਨ ਅਗਰ ਅਸੀਂ ਰੇਸ਼ੋ ਦੀ ਗੱਲ ਕੀਤੀ ਜਾਏ ਤਾਂ ਸਰਕਾਰੀ ਮੁਲਾਜ਼ਮੀਨ ਹੋਣ, ਗੈਰ ਸਰਕਾਰੀ ਜਿਹੜੇ ਲੋਕ, ਨੀਮ ਸਰਕਾਰੀ ਜਿਹੜੇ ਲੋਕ ਕੰਮ ਕਰ ਰਹੇ ਨੇ, ਮੁਲਾਜ਼ਮਤ ਕਰ ਰਹੇ ਨੇ ਮੁਖਤਲਿਫ ਅਦਾਰਿਆਂ ਦੇ ਵਿੱਚ, ਉਹ 100% ਹੀ ਟੈਕਸ ਫਾਈਲਰ ਨੇ, ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਹੈ, ਉਹਨਾਂ ਦੀ ਜਿਹੜੀ ਤਨਖਾਹ ਹੈ, ਉਹ ਉਦੋਂ ਤੱਕ ਯਾਨੀ ਕਿ ਉਹਨਾਂ ਦੇ ਜਿਹੜੇ ਅਕਾਊਂਟਸ ਨੇ ਉਹਦੇ ਵਿੱਚ ਟ੍ਰਾਂਸਫਰ ਹੀ ਨਹੀਂ ਹੁੰਦੀ ਜਦੋਂ ਤੱਕ ਕਿ ਟੈਕਸ ਦੀ ਡਿਡਕਸ਼ਨ ਨਹੀਂ ਹੁੰਦੀ। ਟੈਕਸ ਡਿਡਕਸ਼ਨ ਹੋਏਗੀ, ਉਸ ਤੋਂ ਬਾਅਦ ਸੈਲਰੀ ਜਿਹੜੀ ਹੈ ਉਹਨਾਂ ਦੇ ਅਕਾਊਂਟ 'ਚ ਜਾਏਗੀ। ਲੇਕਿਨ ਇਹਦੇ ਵਿੱਚ ਜਿਹੜੀ ਬੁਨਿਆਦੀ ਮੈਂ ਚੀਜ਼ ਸਮਝਦਾ ਜਿਹੜੀ ਜ਼ਿੰਮੇਦਾਰੀ ਜ਼ਿਆਦਾ ਹੈ ਉਹ ਸਾਡੇ ਕਾਰੋਬਾਰੀ ਲੋਕ ਨੇ, ਜਿਹੜੇ ਉਹਨਾਂ ਤੇ ਜ਼ਿੰਮੇਦਾਰੀ ਜ਼ਿਆਦਾ ਆਇਦ ਹੁੰਦੀ ਹੈ ਕਿ ਉਹ ਆਪਣੇ ਜਿਹੜੀ ਰਿਟਰਨਸ ਨੇ ਉਹ ਫਾਈਲ ਕਰਨ ਔਰ ਫਾਇਦਾ ਦੇਣ, ਬੜ ਚੜ ਕੇ ਖਿਦਮਤ ਕਰਨ, ਤਾਂ ਇਕਾਨਮੀ ਮਜ਼ਬੂਤ ਹੋਵੇ। ਤੁਹਾਡਾ ਪੁਆਇੰਟ ਆ ਗਿਆ, ਚੋਸ਼ਾ ਪੁਆਇੰਟ ਆ ਗਿਆ। ਬਟ ਸਾਹਿਬ ਮੈਂ ਤੁਹਾਡੇ ਕੋਲ ਫਿਰ ਪੁੱਛਾਂਗਾ ਕਿ ਉਹ ਸਭ ਤੋਂ ਜ਼ਿਆਦਾ ਜਿਹੜਾ ਕਾਨੂੰਨ ਹਰਕਤ 'ਚ ਆਉਂਦਾ ਉਹ ਡੈਫੀਨਿਟ ਫੌਜਦਾਰੀ ਕਾਨੂੰਨ ਹੈ, ਜਿਹੜਾ ਡਾਇਰੈਕਟ ਸਾਡੇ ਤੁਹਾਡੇ ਨਾਲ ਮੁਨਸਲਿਕ ਆਮ ਲੋਕਾਂ ਦੇ ਨਾਲ। ਅੱਛਾ, ਪੁਲਿਸ ਅਗਰ ਦਰਖਾਸਤ ਲੈ ਲੈਂਦੀ ਹੈ, ਦਰਖਾਸਤ ਉਹਨੇ ਵਸੂਲ ਕਰ ਲਈ, ਉਹ ਸਿੰਪਲ ਜਿਹੜੀ ਦਰਖਾਸਤ ਜਿਹਨਾਂ ਨੇ ਰਪਟ ਨੰਬਰ ਲਾ ਕੇ ਦੇ ਦਿੱਤਾ ਉਹਨੂੰ, ਉਹ ਦਰਖਾਸਤ ਤੇ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ FIR ਹੈ, ਉਹਦੇ ਦਰਮਿਆਨ ਫਰਕ ਕੀ ਔਰ ਉਸ ਤੋਂ ਬਾਅਦ ਪ੍ਰੋਸੈਸ ਕੀ ਹੁੰਦਾ ਪੁਲਿਸ ਦਾ? ਅੱਛਾ, ਤੁਸੀਂ ਜਦੋਂ ਦਰਖਾਸਤ ਦਿੱਤੀ ਫਰੰਟ ਡੈਸਕ ਤੇ, ਉਹਨਾਂ ਨੇ ਤੁਹਾਨੂੰ ਇੱਕ ਨੰਬਰ, ਇੱਕ ਸਲਿੱਪ ਦੇ ਦਿੰਦੇ ਨੇ, ਉਹਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੇ ਦਰਖਾਸਤ ਜਮ੍ਹਾਂ ਕਰ ਲਈ।
ਬਿਲਕੁਲ ਠੀਕ। ਉਹਦੇ ਵਿੱਚ ਤੁਹਾਡੀ ਦਰਖਾਸਤ ਦਾ ਨੰਬਰ ਲੱਗਿਆ ਹੋਏਗਾ, ਸਾਲ ਲਿਖਿਆ ਹੋਏਗਾ, ਉਹਦੇ ਵਿੱਚ ਤਾਰੀਖ ਲਿਖੀ ਹੋਏਗੀ ਕਦੋਂ ਤੁਸੀਂ ਦਿੱਤੀ ਹੈ। ਬਿਲਕੁਲ ਠੀਕ। ਅੱਛਾ, ਪੁਲਿਸ ਵਾਸਤੇ ਵੈਸੇ ਲਾਅ 'ਚ ਇਹ ਚੀਜ਼ ਨਹੀਂ ਹੈ, ਲੇਕਿਨ ਪੁਲਿਸ ਥੋੜ੍ਹਾ ਜਿਹਾ ਇਨਵੈਸਟੀਗੇਟ ਕਰ ਲੈਂਦੀ ਹੈ, ਕਿਉਂਕਿ ਝੂਠੇ ਮੁਕੱਦਮਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਦਰਜ ਹੁੰਦੇ ਨੇ। ਇੱਕ ਤਾਂ ਮੈਂ ਪਹਿਲੇ ਇਹ ਵੀ ਗੁਜ਼ਾਰਿਸ਼ ਕਰਾਂਗਾ ਲੋਕਾਂ ਨੂੰ ਕਿ ਝੂਠੇ ਮੁਕੱਦਮਾਤ ਜਿਹੜੇ ਨਾ ਉਹ ਦਰਜ ਨਾ ਕਰਵਾਓ, ਕਿਉਂਕਿ ਇਹਦੇ ਨਾਲ ਵੀ ਮੁਆਸ਼ਰੇ 'ਚ ਨਾਇਨਸਾਫੀ ਹੁੰਦੀ ਹੈ, ਔਰ ਜਿਹੜੇ ਬੰਦਿਆਂ ਨਾਲ ਵਾਕਈ ਜ਼ੁਲਮ ਹੋਇਆ ਹੁੰਦਾ ਹੈ ਉਹਨਾਂ ਨੂੰ ਇਨਸਾਫ ਵਿੱਚ ਤਾਖੀਰ ਹੁੰਦੀ ਹੈ। ਬਿਲਕੁਲ ਠੀਕ। ਅੱਛਾ, ਪੁਲਿਸ ਜਿਹੜੀ ਜਦੋਂ ਦਰਖਾਸਤ ਤੁਹਾਡੀ ਲੈਂਦੀ ਹੈ ਉਹਦੇ ਤੋਂ ਬਾਅਦ ਉਹਨਾਂ ਨੇ ਜ਼ਾਬਤਾ ਫੌਜਦਾਰੀ ਦੀ ਦਫਾ 154 ਦੇ ਤਹਿਤ ਉਹਨੂੰ ਇੱਕ ਰਜਿਸਟਰ ਹੈ ਉਹਨਾਂ ਕੋਲ, ਜਿਹਨੂੰ FIR ਵਾਲਾ ਰਜਿਸਟਰ ਕਹਿੰਦੇ ਨੇ, ਉਹਦੇ ਵਿੱਚ ਉਹਦਾ ਅੰਦਰਾਜ ਕਰਦੇ ਨੇ। ਜਦੋਂ ਉਹਦੇ 'ਚ ਉਹ ਬਿਆਨ ਨੂੰ ਲਿਖ ਲੈਂਦੇ ਨੇ ਤੁਹਾਡੇ ਨੂੰ, ਤੁਹਾਡੀ ਦਰਖਾਸਤ ਨੂੰ ਜਾਂ ਜ਼ੁਬਾਨੀ ਬਿਆਨ ਨੂੰ, ਫਿਰ ਉਹਨੂੰ ਅਸੀਂ ਕਾਨੂੰਨ ਦੀ ਜ਼ੁਬਾਨ ਵਿੱਚ FIR ਕਹਿੰਦੇ ਹਾਂ, ਪਹਿਲੀ ਇਤਲਾਹ ਕਿਸੇ ਵਕੂਏ ਦੇ ਬਾਰੇ 'ਚ। ਠੀਕ। ਅੱਛਾ, ਉਹਦੀ ਕਾਨੂੰਨੀ ਹੈਸੀਅਤ ਵੀ ਹੈ। ਕਾਨੂੰਨੀ ਹੈਸੀਅਤ ਉਹਦੀ ਇਹ ਵੇ ਕਿ ਉਹਨੂੰ ਸ਼ਹਾਦਤ ਵਿੱਚ, ਅਗਰ ਤੁਸੀਂ ਬਾਅਦ ਵਿੱਚ ਬਿਆਨ ਦਿੰਦੇ ਹੋ ਤਫਤੀਸ਼ ਦੇ ਦੌਰਾਨ, ਉਹਨੂੰ ਸ਼ਹਾਦਤ ਵਿੱਚ ਉਸ ਡਾਕੂਮੈਂਟ, ਉਸ ਦਸਤਾਵੇਜ਼ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ, ਲੇਕਿਨ FIR ਜਿਹੜੀ ਤੁਸੀਂ ਦਰਜ ਕਰਵਾਉਂਦੇ ਹੋ ਉਹਨੂੰ ਪੇਸ਼ ਕੀਤਾ ਜਾਂਦਾ ਹੈ, ਔਰ ਉਹਨੂੰ ਤਾਈਦ ਦੇ ਤੌਰ ਤੇ ਵੀ ਸ਼ਹਾਦਤ ਵਿੱਚ ਲਿਆ ਜਾਂਦਾ ਹੈ। ਜਦੋਂ FIR ਦਰਜ ਹੁੰਦੀ ਹੈ ਉਹਦੇ ਤੋਂ ਬਾਅਦ ਪੁਲਿਸ ਇਨਵੈਸਟੀਗੇਟ ਕਰਦੀ ਹੈ ਕੇਸ ਨੂੰ। ਅੱਛਾ, ਮੈਂ ਤੋਂ ਪਹਿਲੇ ਇਹ ਕਿ ਜਿਹੜਾ ਤੁਸੀਂ ਦਰਖਾਸਤ ਦਿੱਤੀ ਹੈ, ਪੁਲਿਸ ਉਹਦੇ 'ਚ ਦੇਖੇਗੀ ਕਿ ਕਾਬਲੇ ਦਸਤਅੰਦਾਜ਼ੀ ਪੁਲਿਸ ਕੇਸ ਹੈ ਜਾਂ ਨਹੀਂ। ਅਗਰ ਕਾਬਲੇ ਦਸਤਅੰਦਾਜ਼ੀ ਪੁਲਿਸ ਕੇਸ ਹੈ तो फिर वो 154 के तहत ਤੁਹਾਡਾ ਬਿਆਨ ਲਿਖ ਲੇਗੀ, FIR ਲਿਖ ਲੇਗੀ। ਅਗਰ ਉਹ ਕਾਬਲੇ ਦਸਤਅੰਦਾਜ਼ੀ ਪੁਲਿਸ ਜੁਰਮ ਨਹੀਂ ਬਣਦਾ ਜੀ ਤੇ ਫਿਰ ਵੀ ਬਿਆਨ ਲਿਖੇਗੀ। ਠੀਕ ਹੈ। ਫਿਰ 155 ਦੇ ਤਹਿਤ ਲਿਖੇਗੀ ਔਰ ਉਹਦੇ ਵਿੱਚ ਇਨਵੈਸਟੀਗੇਟ, ਉਹਦੇ 'ਚ ਉਹਦੀ ਤਫਤੀਸ਼ ਨਹੀਂ ਕਰ ਸਕਦੀ। ਉਹਦੀ ਤਫਤੀਸ਼ ਕਰਨ ਵਾਸਤੇ ਪੁਲਿਸ ਨੂੰ ਮੈਜਿਸਟ੍ਰੇਟ ਕੋਲੋਂ ਇਜਾਜ਼ਤ ਲੈਣੀ ਪਏਗੀ। ਬਿਲਕੁਲ ਠੀਕ। ਅਗਰ ਮੈਜਿਸਟ੍ਰੇਟ ਇਜਾਜ਼ਤ ਦਿੰਦਾ ਤੇ ਫਿਰ ਉਹਨੂੰ ਇਸ ਤਰੀਕੇ ਨਾਲ ਹੀ ਤਫਤੀਸ਼ ਕਰੇਗੀ ਜਿਸ ਤਰੀਕੇ ਨਾਲ ਇੱਕ ਕਾਬਲੇ ਦਸਤਅੰਦਾਜ਼ੀ ਪੁਲਿਸ ਵਿੱਚ ਤਫਤੀਸ਼ ਹੁੰਦੀ ਹੈ। ਸਵਾਏ ਉਹਦੇ 'ਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ। ਇਹ ਬੁਨਿਆਦੀ ਫਰਕ ਨੇ। ਅੱਛਾ, ਜਦੋਂ ਕਾਬਲੇ ਦਸਤਅੰਦਾਜ਼ੀ ਕੇਸ ਵਿੱਚ ਤਫਤੀਸ਼ ਪੁਲਿਸ ਕਰਦੀ ਹੈ ਤੇ ਫਿਰ ਉਹ ਜਾ ਕੇ ਤੁਹਾਡੇ ਵਕੂਆ ਦੇਖੇਗੀ, ਉਹਦੇ ਗਵਾਹਾਂ ਦੇ ਬਿਆਨਾਤ ਲਿਖੇਗੀ ਔਰ ਜੋ ਚੀਜ਼ਾਂ ਜੋ ਤੁਸੀਂ ਸ਼ਹਾਦਤਾਂ ਦਿਓਗੇ ਉਹ ਰਿਕਾਰਡ ਤੇ ਲਾਏਗੀ। ਅਗਰ ਤੁਹਾਡੀ FIR ਦਰਜ ਨਹੀਂ ਹੁੰਦੀ ਜਾਂ ਤੁਸੀਂ ਤਫਤੀਸ਼ ਤੋਂ ਪੁਲਿਸ ਦੀ ਜਿਹੜੀ ਤਫਤੀਸ਼ ਹੈ ਉਹ ਚੇਂਜ ਵੀ ਹੋ ਸਕਦੀ ਹੈ, ਤੁਹਾਨੂੰ ਇਤਮਾਦ ਨਹੀਂ ਰਿਹਾ ਕਿਸੇ ਵਜ੍ਹਾ ਨਾਲ ਜਾਂ ਕੋਈ ਐਸੀ ਚੀਜ਼ ਹੈ ਜਿਹੜੀ ਨਹੀਂ ਲੈ ਕੇ, ਤੇ ਫਿਰ ਤੁਹਾਡੇ ਕੋਲ ਆਪਸ਼ਨਸ ਨੇ ਕਿ ਤੁਸੀਂ ਉਹਨੂੰ ਚੈਲੰਜ ਕਰੋ। ਔਰ ਚੈਲੰਜ ਕਰਨੇ ਦੇ ਫੋਰਮ ਨੇ ਜਾਂ ਤੇ ਤੁਸੀਂ ਸੁਪੀਰੀਅਰ ਪੁਲਿਸ ਆਫੀਸਰਸ ਕੋਲ ਉਹਦੀ ਕੰਪਲੇਂਟ ਕਰੋ। ਅਗਰ FIR ਦਰਜ ਨਹੀਂ ਹੁੰਦੀ ਤੁਸੀਂ ਮੁਤਲਕਾ DSP ਨੂੰ, ਮੁਤਲਕਾ SP ਨੂੰ ਜਾਂ ਉਹਦੇ ਤੋਂ ਸੁਪੀਰੀਅਰ ਆਫੀਸਰ ਜਿਹੜੇ ਵੀ ਆਏ ਨੇ ਉਹਨਾਂ ਨੂੰ ਤੁਸੀਂ ਦਰਖਾਸਤ ਆਪਣੀ ਦਿਓ। ਔਰ ਅਕਸਰ ਕੇਸਿਸ ਮੈਂ ਦੇਖਿਆ ਕਿ ਉਹਨਾਂ ਦੇ ਜਿਹੜੇ ਅਗਰ ਜੈਨੂਅਨ ਗ੍ਰੀਵੈਂਸਿਸ ਨੇ ਤੇ ਉਹ ਐਡਰੈਸ ਹੋ ਜਾਂਦੇ ਨੇ। ਸਰ ਮੈਂ ਇੱਕ ਪੁਆਇੰਟ ਜਿਹੜਾ ਹੈ ਨਾ, ਅੱਛਾ 154 ਜਿਹੜਾ CRPC ਹੈ, ਕਿਆ ਉਹਦੇ ਵਿੱਚ ਜਦੋਂ ਕੋਈ ਦਰਖਾਸਤ ਆਉਂਦੀ ਹੈ, ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਦਰਖਾਸਤ ਆ ਗਈ, ਕਿਆ ਪੁਲਿਸ ਮਜਾਜ਼ ਨਹੀਂ ਹੈ ਕਿ ਦਰਖਾਸਤ ਆਉਂਦਿਆਂ ਸਾਰ ਉਹਨੂੰ 154 ਤਹਿਤ ਦਰਜ ਕਰ ਲੇ, FIR ਦੇ ਦੇ? ਇੰਟੈਰੋਗੇਟ ਹੋਣਾ, ਤਫਤੀਸ਼ ਹੋਣਾ ਸੱਚ ਝੂਠ ਤੋਂ ਬਾਅਦ ਵਿੱਚ ਆਉਂਦਾ ਜਾਂ ਉਹ ਪਹਿਲੇ ਉਹਨੇ ਤਫਤੀਸ਼ ਕਰਨੀ? ਅਸਲ 'ਚ ਪੁਲਿਸ ਦੀ ਡਿਊਟੀ ਤੇ ਹੋਵੇ ਕਿ ਉਹਨੂੰ ਦਰਖਾਸਤ ਨੂੰ ਦੇਖੇਗੀ, ਉਹਦੇ 'ਚ ਉਹਨੇ ਸਿਰਫ ਇਹ ਦੇਖਣਾ ਹੈ ਕਿ ਕਾਬਲੇ ਦਸਤਅੰਦਾਜ਼ੀ ਜੁਰਮ ਬਣਦਾ ਹੈ ਜਾਂ ਨਹੀਂ ਬਣਦਾ। ਅਗਰ ਉਹ ਕਾਬਲੇ ਦਸਤਅੰਦਾਜ਼ੀ ਪੁਲਿਸ ਜੁਰਮ ਬਣਦਾ ਹੈ ਫਿਰ ਉਹਨੂੰ 154 ਦੇ ਤਹਿਤ FIR ਦਰਜ ਕਰੇਗੀ, ਉਹਨੂੰ ਅਸੀਂ FIR ਦੇਣੀ, ਉਹ FIR ਲਿਖ ਲੇਗੀ। ਅਗਰ ਨਹੀਂ ਬਣਦਾ ਤਾਂ ਫਿਰ ਉਹਦਾ ਬਿਆਨ ਲਿਖੇਗੀ, ਫਿਰ FIR ਨਹੀਂ ਹੋਏਗਾ, ਉਹਦਾ ਬਿਆਨ ਰਿਕਾਰਡ ਹੋ ਜਾਏਗਾ। ਉਹਦੀ ਵੀ ਕਾਨੂੰਨੀ ਹੈਸੀਅਤ ਹੋਏਗੀ। ਤੁਸੀਂ ਕਿਸੇ ਅਗਰ ਬਾਅਦ ਵਿੱਚ ਕੰਪਲੇਂਟ ਫਾਈਲ ਕਰਦੇ ਹੋ ਜਾਂ ਉਹਦੀ ਇਨਵੈਸਟੀਗੇਸ਼ਨ ਪੁਲਿਸ ਕਰਨਾ ਚਾਹੁੰਦੀ ਹੈ ਤਾਂ ਉਸ ਤੁਹਾਡੇ ਬਿਆਨ ਤੇ ਉਹਨੂੰ ਮੈਜਿਸਟ੍ਰੇਟ ਦੀ ਪਰਮਿਸ਼ਨ ਤੋਂ ਬਾਅਦ, ਉਹਦੀ ਇਜਾਜ਼ਤ ਤੋਂ ਬਗੈਰ ਤੁਸੀਂ ਉਹਨੂੰ ਤਫਤੀਸ਼ ਕਰ ਸਕਦੇ ਹੋ। ਬਟ ਸਾਹਿਬ ਅਗਰ ਬਿਲ ਫਰਜ਼ 154 ਤਹਿਤ ਬਿਆਨ ਵੀ ਆ ਜਾਂਦਾ ਹੈ ਔਰ ਉਹਦੇ ਕਾਗਨਿਜ਼ੇਬਲ ਵੀ ਉਹਦੇ ਹੋਣ ਦੀ ਦਲੀਲ ਮਿਲ ਜਾਂਦੀ ਹੈ, ਪੁਲਿਸ ਫਿਰ ਵੀ ਮੁਕੱਦਮਾ ਦਰਜ ਨਹੀਂ ਕਰਦੀ, ਸਾਇਲ ਕੋ ਕੀ ਹੱਕ ਹਾਸਲ ਹੈ ਕਿ ਉਸ ਤੋਂ ਬਾਅਦ ਕਿਆ ਉਹ ਜੁਡੀਸ਼ੀਅਲ ਦੀ ਤਰਫ ਜਾ ਸਕਦੇ? ਕੋਈ ਐਸਾ ਨੁਕਤਾ ਨਜ਼ਰ ਆਇਆ ਜਿਹਦੇ ਤਹਿਤ ਉਹ ਕੋਈ ਆਪਣੀ ਪਟੀਸ਼ਨ ਫਾਈਲ ਕਰ ਲੇ ਜਾਂ ਕਿਤੇ ਜਾ ਕੇ ਅੰਦਰਾਜ ਮੁਕੱਦਮੇ ਵਾਸਤੇ ਕੋਈ ਰਿਕੁਐਸਟ ਕਰ ਲੇ? ਅੱਛਾ, ਇਹਦੇ 'ਚ ਮੈਂ ਪਹਿਲੇ ਜਿਸ ਤਰ੍ਹਾਂ ਕਰ ਰਿਹਾ ਸਾਂ ਕਿ ਅਗਰ ਪੁਲਿਸ, ਕਿਉਂਕਿ ਪੁਲਿਸ ਪਾਬੰਦ ਹੈ ਕਾਨੂੰਨੀ ਤੌਰ ਤੇ ਕਿ 154 ਦੇ ਤਹਿਤ ਉਹਦਾ ਬਿਆਨ ਆਪਣੇ ਉਸ ਰਜਿਸਟਰ ਵਿੱਚ FIR ਵਾਲੇ ਰਜਿਸਟਰ ਵਿੱਚ ਦਰਜ ਕਰੇ। ਅਗਰ ਉਹ ਨਹੀਂ ਕਰਦੀ, SHO ਨਹੀਂ ਕਰਦਾ, ਤਾਂ ਤੁਸੀਂ ਸੁਪੀਰੀਅਰ ਪੁਲਿਸ ਆਫੀਸਰਸ ਕੋਲ ਜਾਓ। ਅੱਛਾ, ਇਹ ਸਪੀਡੀ ਰੈਮੇਡੀ ਹੈ, ਬਹੁਤ ਜਲਦੀ ਹੈ ਔਰ ਪੈਸਾ ਵੀ ਤੁਹਾਡਾ ਖਰਚ ਨਹੀਂ ਹੋਣਾ। ਤੁਸੀਂ ਅਦਾਲਤ 'ਚ ਜਾਣਾ ਹੈ ਤਾਂ ਉੱਥੇ ਪੈਸਾ ਵੀ ਖਰਚ ਹੋਣਾ। ਸਭ ਤੋਂ ਪਹਿਲੇ ਪੁਲਿਸ ਆਫੀਸਰਸ ਤੇ ਇਤਮਾਦ ਕਰੋ,
ਉਹਨਾਂ ਕੋਲ ਜਾਓ। ਔਰ ਸੁਪੀਰੀਅਰ ਪੁਲਿਸ ਆਫਿਸਰਸ ਦਾ ਰਵੱਈਆ ਸਬਆਰਡੀਨੇਟ ਦੀ ਨਿਸਬਤ ਬਹੁਤ ਬਿਹਤਰ ਹੈ ਔਰ ਜੈਨੂਅਨ ਕੇਸਿਸ ਵਿੱਚ ਬਹੁਤ ਹੀ ਘੱਟ ਹੈ ਕਿ ਜਿੱਥੇ ਰਿਫਿਊਜ਼ਲ ਹੋਵੇ, ਅਦਰਵਾਈਜ਼ ਉਹ FIR ਦਰਜ ਕਰਨੇ ਦਾ ਕਹਿ ਦਿੰਦਾ। ਇਤਮਾਦ ਕਰਨਾ ਚਾਹੀਦਾ ਪੁਲਿਸ ਤੇ, ਔਰ ਠੀਕ ਹੈ ਇਤਮਾਦ ਕਰਨ ਨੂੰ ਤਿਆਰ ਆ। ਅੱਛਾ ਚੋਈ ਸਾਹਿਬ, ਤੁਸੀਂ ਇੱਕ ਗੁਜ਼ਾਰਿਸ਼ ਕਰ ਦਿਓ ਥੋੜ੍ਹੀ ਜਿਹੀ ਸਾਨੂੰ ਜ਼ਰਾ, ਕਿ ਜਿਹੜੇ NTN ਨੰਬਰ ਹੁੰਦਾ ਹੈ ਇਹ ਕਿਸ ਤਰ੍ਹਾਂ ਬਣਦਾ ਹੈ, ਇਹਦਾ ਕੀ ਤਰੀਕਾਕਾਰ ਹੈ, ਔਰ ਜਿਹੜੇ ਉਹ ਟੈਕਸ ਰਿਟਰਨਸ ਨੇ ਉਹ ਕਦੋਂ ਜਮ੍ਹਾਂ ਕਰਵਾਉਣੀਆਂ ਹੁੰਦੀਆਂ ਨੇ, ਉਹਦਾ ਕੀ ਤਰੀਕਾਕਾਰ ਹੈ ਰਿਆਸਤ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਿਕ? ਬੁਨਿਆਦੀ ਤੌਰ ਤੇ ਜਿਹੜਾ ਫਾਈਲਰ ਹੈ ਉਹਦੀ ਇਬਤਦਾ ਹੀ NTN ਰਜਿਸਟ੍ਰੇਸ਼ਨ ਤੋਂ ਸ਼ੁਰੂ ਹੁੰਦੀ ਹੈ। ਬਿਲਕੁਲ ਠੀਕ ਹੈ। ਕਿ ਅਗਰ ਕਿਸੇ ਨੇ ਫਾਈਲਰ ਬਣਨਾ ਤਾਂ ਉਹਨੇ ਆਨਲਾਈਨ, ਕਿਉਂਕਿ ਹੁਣ ਸਾਰਾ ਪ੍ਰੋਸੀਜਰ ਜਿਹੜਾ ਹੈ ਉਹ ਆਨਲਾਈਨ ਹੈ, ਤਾਂ ਉਹਨੇ ਆਨਲਾਈਨ ਆਪਣਾ NTN ਪਾਸਵਰਡ ID ਜਿਹੜਾ ਹੈ ਉਹਦੇ ਉੱਤੇ ਜਨਰੇਟ ਹੋ ਜਾਂਦਾ ਹੈ ਆਨਲਾਈਨ, ਔਰ ਉਹਨੂੰ NTN ਨੰਬਰ, ਨੈਸ਼ਨਲ ਟੈਕਸ ਨੰਬਰ ਜਿਹੜਾ ਹੈ ਉਹ ਜਾਰੀ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਹੈ ਰਿਟਰਨ ਫਾਈਲ ਕਰਨ ਦੀ ਉਸ ਸਾਲ ਦੀ। ਠੀਕ ਹੈ, ਉਹਨੇ ਉਹ ਰਿਟਰਨ ਫਾਈਲ ਕਰਨੀ ਹੈ, ਉਹਦਾ ਫਾਈਨ ਹੈ ਉਹ ਜਮ੍ਹਾਂ ਹੋ ਜਾਂਦਾ ਔਰ ਉਹਦੇ ਨਾਲ ਹੀ ਉਹਦੀ ਕਿਹੜਾ ਮਾਲੀ ਸਾਲ ਕਿਸ ਟਾਈਮ ਕਰਨਾ, ਉਹ ਜਿਸ ਮਾਲੀ ਸਾਲ ਦੇ ਵਿੱਚ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਰਿਹਾ। ਬਿਲਕੁਲ ਠੀਕ ਹੈ। ਠੀਕ ਹੋ ਗਿਆ ਜੀ। ਉਹਨੇ ਆਪਣੀ NTN ਨੰਬਰ ਜਾਰੀ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਨੇ ਫਾਈਲਰ ਵਾਸਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ, ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਨੇ ਫਾਈਲਰ ਹੋਣ ਵਾਸਤੇ ਆਪਣੀ ਜਿਹੜੀ ਹੈ ਉਹ ਰਿਟਰਨ ਗੋਸ਼ਵਾਰਾ ਜਿਹਨੂੰ ਕਹਿੰਦੇ ਆ ਉਹ ਜਮ੍ਹਾਂ ਕਰਵਾਉਣਾ ਹੈ। ਬਿਲਕੁਲ ਠੀਕ ਹੈ ਜੀ। ਅੱਛਾ ਚੋਈ ਸਾਹਿਬ, ਜਦੋਂ ਅਸੀਂ ਕੋਈ ਯਾਨੀ ਕਿ ਅਸੀਂ ਲੋਕ ਜਿਹੜੇ ਆ ਪ੍ਰਾਪਰਟੀ ਦਾ ਤਬਾਦਲਾ ਕਰਨੇ ਆ, ਖਰੀਦੋ ਫਰੋਖਤ ਹੁੰਦੀ ਹੈ, ਚੀਜ਼ਾਂ ਲੈਣੇ ਦੇਣੇ ਆ, ਉਹਦੇ ਵਿੱਚ ਟੈਕਸ ਅਦਾ ਕਰਨ ਵਾਲੇ ਬੰਦੇ ਨੂੰ ਕੋਈ ਫਾਇਦਾ ਮਿਲਦਾ ਹੈ? ਬਿਲਕੁਲ ਜੀ, ਉਹ ਟੈਕਸ ਪੇਅਰ ਹੋਏ ਤੇ ਜੀ ਟੈਕਸ ਪੇਅਰ ਅਗਰ ਉਹ ਫਾਈਲਰ ਹੈਗਾ ਤੇ ਉਹਨੂੰ ਟੈਕਸ ਦੀ ਜਿਹੜੀ ਅਦਾਇਗੀ ਉਹਨੇ ਘੱਟ ਕਰਨੀ ਹੈ, ਨਾਨ ਫਾਈਲਰ ਨੇ ਜ਼ਿਆਦਾ ਕਰਨੀ ਹੈ। 2% ਹੈ ਉਹਦੇ ਵਾਸਤੇ। ਦੂਸਰੇ ਅਗਰ ਫਰਜ਼ ਕਰੋ ਖਰੀਦਦਾਰੀ ਕਰ ਰਿਹਾ ਜਾਂ ਪਰਚੇਜ਼ ਕਰ ਰਿਹਾ ਜਾਂ ਸੇਲ ਕਰ ਰਿਹਾ ਹੈਗਾ ਤਾਂ ਉਹਦੀ ਰੇਸ਼ੋ ਉਹਦੇ ਨਾਲ ਡਬਲ ਹੈ, ਦੁਗਣੀ ਹੈ। ਅੱਛਾ, ਯਾਨੀ ਕਿ ਟੈਕਸ ਪੇ ਕਰਨ ਵਾਲਾ ਜਿਹੜਾ ਸ਼ਖਸ ਹੈ ਉਹਨੂੰ ਫਾਇਦਾ ਹੈ, ਉਹਨੂੰ ਫਾਇਦਾ ਅਗਰ ਉਹ ਸੇਲ ਪਰਚੇਜ਼ ਕਰ ਰਿਹਾ, ਕੋਈ ਚੀਜ਼ ਲੈ ਰਿਹਾ, ਉਹਨੂੰ ਫਾਇਦਾ ਮਿਲ ਰਿਹਾ। ਮੈਂ ਉਹੀ ਅਰਜ਼ ਪਹਿਲੇ ਵੀ ਕੀਤੀ ਹੈਗੀ ਹੈ ਕਿ ਜਿਹੜਾ ਫਾਈਲਰ ਹੈ ਉਹਨੂੰ ਹਰ ਸੂਰਤ ਦੇ ਵਿੱਚ ਫਾਇਦਾ ਹੀ ਫਾਇਦਾ ਹੈ, ਤੇ ਨਾਨ ਫਾਈਲਰ ਨੂੰ ਨੁਕਸਾਨ ਹੀ ਨੁਕਸਾਨ ਹੈ। ਲਿਹਾਜ਼ਾ ਮੈਂ ਤੇ ਇਹੀ ਰਿਕੁਐਸਟ ਕਰਾਂਗਾ ਆਪਣੇ ਸ਼ਹਿਰੀਆਂ ਨੂੰ, ਪਾਕਿਸਤਾਨੀਆਂ ਨੂੰ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਾਈਲਰ ਹੋਣ, ਨਾਨ ਫਾਈਲਰ ਦਾ ਰਵੱਈਆ ਜਿਹੜਾ ਇਹ ਤਰਕ ਕਰ ਦੇਣ ਔਰ ਉਹ ਫਾਈਲਰ ਬਣਨ ਔਰ ਆਪਣੇ ਜਿਹੜੀ ਰਜਿਸਟ੍ਰੇਸ਼ਨ ਹੈ ਉਹ FBR ਦੇ ਨਾਲ, ਕਿਉਂਕਿ FBR 'ਚ ਅਗਰ ਉਹਨਾਂ ਦੇ ਕਵਾਇਫ ਦਰਜ ਨਹੀਂ ਹੋਣਗੇ, ਅਗਰ ਉੱਥੇ ਉਹ ਗੋਸ਼ਵਾਰੇ ਜਮ੍ਹਾਂ ਨਹੀਂ ਕਰਵਾਉਣਗੇ ਤੇ ਉਹ ਉਹਨਾਂ ਦਾ ਸਟੇਟਸ ਨਾਨ ਫਾਈਲਰ ਦਾ ਹੀ ਰਹੇਗਾ। ਚੋ ਸਭ ਕੁਇਕਲੀ ਮੈਨੂੰ ਜ਼ਰਾ ਇਹ ਦੱਸ ਦਿਓ ਕਿ ਅਗਰ ਕਿਸੇ ਸ਼ਖਸ ਨੂੰ ਕੋਈ ਸ਼ਿਕਾਇਤ ਆਉਂਦੀ ਹੈ ਟੈਕਸ ਦੇ ਮਾਮਲਾ 'ਚ, ਜੀ ਕਿਉਂਕਿ ਤੁਸੀਂ ਉਹ ਵਫਾਕੀ ਜਿਹੜਾ ਵੇ ਟੈਕਸ ਤੇ ਤੁਸੀਂ ਉਹਦੇ ਮੈਂਬਰ ਵੀ ਐਡਵਾਈਜ਼ਰੀ ਕਮੇਟੀ ਦੇ, ਔਰ ਤੁਸੀਂ ਕਿੰਨਾ ਦੇਖਿਆ ਕਿੰਨੇ ਕੇਸਿਸ ਆਉਂਦੇ ਨੇ, ਔਰ ਕੀ ਅਗਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਿਹੜੇ ਪਲੇਟਫਾਰਮ ਤੇ ਜਾਣਾ ਚਾਹੀਦਾ? ਜੀ ਅਗਰ ਕਿਸੇ ਟੈਕਸ ਪੇਅਰ ਨੂੰ ਜਿਹੜਾ ਟੈਕਸ ਜਮ੍ਹਾਂ ਕਰਵਾ ਰਿਹਾ ਉਹਨੂੰ ਮਹਿਕਮਾ ਇਨਕਮ ਟੈਕਸ FBR ਦੇ ਬਾਰੇ 'ਚ ਅਗਰ ਉਹਨੂੰ ਕੋਈ ਸ਼ਿਕਾਇਤ ਨੇ ਤਾਂ ਉਹ FBR ਦੇ ਵਿੱਚ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ। ਮੁਤਲਕਾ ਜਿਹੜਾ ਕਮਿਸ਼ਨਰ ਹੈ ਜਾਂ ਮੁਤਲਕਾ ਅਸਿਸਟੈਂਟ ਕਮਿਸ਼ਨਰ, ਜੋ ਵੀ ਜਿਹੜੇ ਅਫਸਰਾਨ ਉੱਥੇ ਬੈਠੇ ਨੇ ਉਹ ਵੀ ਦੇਖ ਸਕਦੇ ਨੇ। ਲੇਕਿਨ ਇਹਦਾ ਜਿਹੜਾ ਸਭ ਤੋਂ ਮੌਸਰ ਜਿਹੜਾ ਪਲੇਟਫਾਰਮ ਹੈ ਉਹ ਵਫਾਕੀ ਟੈਕਸ ਮੁਹੱਸਬ ਪਾਕਿਸਤਾਨ ਹੈ। ਅੱਜ ਕੱਲ੍ਹ ਡਾਕਟਰ ਆਸਮ ਮਹਿਮੂਜਾ ਸਾਹਿਬ ਇਹਨੂੰ ਹੈਡ ਕਰ ਰਹੇ ਨੇ ਔਰ ਬਹੁਤ ਅੱਛੀ ਕਾਰਕਰਦਗੀ ਹੈ। ਉਹਦੇ ਵਿੱਚ ਕੰਪਲੇਨ ਅਗਰ ਆ ਜਾਂਦੀ ਹੈ ਤਾਂ ਉਹਦਾ 60 ਦਿਨ ਦੇ ਅੰਦਰ ਅੰਦਰ ਫੈਸਲਾ ਕਰਨਾ ਜ਼ਰੂਰੀ ਹੈ। ਲੇਕਿਨ ਡਾਕਟਰ ਆਸਮ ਮਹਿਮੂਜਾ ਸਾਹਿਬ ਦੀ ਇਹ ਹਦਾਇਤ ਸਨ ਕਿ ਇਹ 2 ਮਹੀਨਾ ਦਾ ਟਾਈਮ ਵੀ ਜ਼ਿਆਦਾ ਹੈ, ਇਹਨੂੰ ਘੱਟ ਤੋਂ ਘੱਟ ਮੁੱਦਤ ਦੇ ਵਿੱਚ ਉਸ ਬੰਦੇ ਨੂੰ ਰਿਲੀਫ ਦਿੱਤਾ ਜਾਏ ਜਿਹਨੂੰ ਕੋਈ ਸ਼ਿਕਾਇਤ ਹੈ ਟੈਕਸ ਦੇ ਮਹਿਕਮੇ ਦੇ ਨਾਲ। 1 ਮਹੀਨੇ ਦੇ ਵਿੱਚ? ਜੀ 1 ਮਹੀਨੇ, ਬਲਕਿ ਕਈ ਕੇਸਿਸ ਦੇ ਵਿੱਚ 1 ਮਹੀਨੇ ਤੋਂ ਘੱਟ ਮਤਲਬ ਜਿਹੜਾ ਮੁੱਦਤ ਹੈ ਉਹਦੇ ਵਿੱਚ ਵੀ ਫੈਸਲੇ ਹੋਏ ਨੇ ਤੇ ਉਹਦੇ ਵਿੱਚ ਬੜਾ ਕੰਮ ਜਿਹੜਾ ਹੈ। ਔਰ ਜਿਹੜਾ ਤੁਸੀਂ ਪਹਿਲਾ ਸਵਾਲ ਪੁੱਛਿਆ ਉਹਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਮਾਲੀ ਸਾਲ ਹੈ ਇਹ 30 ਜੂਨ, ਕਿਸੇ ਵੀ ਸਾਲ ਦਾ ਜਿਹੜਾ ਮਾਲੀ ਸਾਲ ਹੈ ਉਹ 30 ਜੂਨ ਨੂੰ ਖਤਮ ਹੋ ਜਾਂਦਾ ਹੈ। 30 ਜੂਨ ਤੱਕ ਤੁਸੀਂ ਆਪਣੀ ਰਿਟਰਨਸ ਦੇਣੀਆਂ ਨੇ? 1 ਜੁਲਾਈ ਤੋਂ, ਹਾਂਜੀ 1 ਜੁਲਾਈ ਤੋਂ ਬਾਅਦ ਫਿਰ ਉਹ ਡੇਟ ਅਨਾਉਂਸ ਹੁੰਦੀ ਰਹਿੰਦੀ ਹੈ ਕਿ ਤੁਸੀਂ ਕਦੋਂ ਤੱਕ ਜਿਹੜਾ ਇਹ ਜਿਹੜੀ ਟੈਕਸ ਜਿਹੜੇ ਗੋਸ਼ਵਾਰੇ ਨੇ ਇਹ ਤੁਸੀਂ ਜਮ੍ਹਾਂ ਕਰਵਾਉਣੇ ਨੇ, ਤੇ ਉਹ ਫਿਰ ਪਾਕਿਸਤਾਨੀ ਸ਼ਹਿਰੀ ਜੋ ਖਰੀਦਿਆ ਜੋ ਸੇਲ ਪਰਚੇਜ਼ ਜੀ ਜੋ ਵੀ ਤੁਸੀਂ ਦੇਖੋ 2 ਤਰ੍ਹਾਂ ਦੀ ਉਹਦੇ 'ਚ ਇਨਕਮ ਟੈਕਸ ਦੀ ਜਿਹੜੀ ਗੋਸ਼ਵਾਰੇ ਨੇ ਉਹਦੇ 'ਚ 2 ਤੁਸੀਂ ਆਪਣੀਆਂ ਸਟੇਟਮੈਂਟਸ ਦਿੰਦੇ ਹੋ। ਇਨਕਮ ਟੈਕਸ ਦੀ ਸਟੇਟਮੈਂਟ ਹੈ ਔਰ ਵੈਲਥ ਟੈਕਸ ਦੀ ਸਟੇਟਮੈਂਟ ਹੈ। ਵੈਲਥ ਟੈਕਸ ਦੀ ਸਟੇਟਮੈਂਟ ਦੇ ਵਿੱਚ ਤੁਸੀਂ ਆਪਣਾ ਜੋ ਤੁਹਾਡੀ ਪ੍ਰਾਪਰਟੀ ਹੈ, ਕੋਈ ਗੱਡੀ ਹੈ, ਕੋਈ ਗੋਲਡ ਵਗੈਰਾ ਲੋਕ ਰੱਖ ਲੈਂਦੇ ਨੇ, ਇਹੋ ਜਿਹੀਆਂ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ, ਕੋਈ ਅਕਾਊਂਟਸ ਨੇ ਤੁਹਾਡੇ, ਉਹ ਤੁਸੀਂ ਉਹਦੇ ਵਿੱਚ ਮੈਂਸ਼ਨ। ਪੁਆਇੰਟ ਆ ਗਿਆ ਤੁਹਾਡਾ ਜੀ, ਬਹੁਤ ਮਿਹਰਬਾਨੀ ਤੁਹਾਡਾ। ਅੱਛਾ ਬਟ ਸਾਹਿਬ, ਮੈਂ ਲਾਸਟ ਤੇ ਤੁਹਾਡੇ ਕੋਲ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਜਲਦੀ ਇਨਸਾਫ ਮਿਲੇ, ਇਨਸਾਫ ਦੀ ਫਰਾਵਾਨੀ ਜਿਹੜੀ ਉਹ ਤੇਜ਼ੀ ਨਾਲ ਲੋਕਾਂ ਦੀ ਦਹਲੀਜ਼ ਤੱਕ ਪਹੁੰਚੇ, ਉਹਦੇ ਵਾਸਤੇ ਵਕਲਾ ਨੂੰ, ਪੁਲਿਸ ਨੂੰ, ਇਸ ਨਿਜ਼ਾਮ ਨੂੰ ਔਰ ਜੁਡੀਸ਼ੀਅਲ ਸਿਸਟਮ ਨੂੰ ਕਿੰਨਾ ਬਿਹਤਰ ਹੋਣਾ ਚਾਹੀਦਾ ਹੈ ਕਿ ਤਾਂ ਕਿ ਲੋਕਾਂ ਨੂੰ ਜਿਹੜਾ ਰਿਲੀਫ ਹੈ ਉਹ ਜਲਦ ਤੋਂ ਜਲਦ ਮਿਲਣਾ ਚਾਹੀਦਾ ਹੈ? ਅਸਲ 'ਚ ਸਭ ਤੋਂ ਜ਼ਿਆਦਾ ਲੋਕ ਜਿਹੜਾ ਖੌਫ ਮਹਿਸੂਸ ਕਰਦੇ ਨੇ ਸੋਸਾਇਟੀ, ਜਿਸ ਤਰ੍ਹਾਂ ਤੁਸੀਂ ਪਹਿਲੇ ਪੁਆਇੰਟ ਆਊਟ ਕੀਤਾ, ਉਹ ਪੁਲਿਸ ਤੋਂ ਕਰਦੇ ਨੇ। ਔਰ ਫੌਜਦਾਰੀ ਕਵਾਨੀਨ ਵਿੱਚ ਜਿਹੜੀ ਬੁਨਿਆਦ ਹੈ ਉਹ ਪੁਲਿਸ ਹੀ ਇਨਵੈਸਟੀਗੇਸ਼ਨ ਹੈ। ਠੀਕ ਹੈ, ਅਸੀਂ ਜਿੰਨਾ ਇੰਪਰੂਵ ਕਰ ਲਾਂਗੇ ਇਨਵੈਸਟੀਗੇਸ਼ਨ ਨੂੰ, ਉਨੇ ਅੱਛਾ ਇਨਸਾਫ ਲੋਕਾਂ ਨੂੰ ਮਿਲੇਗਾ। ਸਾਡੇ ਇੱਥੇ ਮਸਾਇਲ ਜਿਹੜੇ ਨੇ ਉਹ ਬਦਦਿਆਨਤੀ ਤੋਂ ਜ਼ਿਆਦਾ ਪੂਅਰ ਇਨਵੈਸਟੀਗੇਸ਼ਨ ਦੇ ਨੇ, ਲੌਜਿਸਟਿਕ ਵਾਈਜ਼।
ਜਿਹੜੀ ਸਾਡੇ ਵੱਡੇ ਸ਼ਹਿਰ ਨੇ ਉਹਨਾਂ ਵਿੱਚ ਤੇ ਫੈਸਿਲਿਟੀਜ਼ ਜ਼ਿਆਦਾ ਨੇ, ਲੇਕਿਨ ਬਾਕੀ ਜਿਹੜੇ ਛੋਟੇ ਏਰੀਆਜ਼ ਨੇ, ਗਾਉਂ ਨੇ, ਉਹਨਾਂ ਜਿਹੜੇ ਪੁਲਿਸ ਸਟੇਸ਼ਨਸ ਨੇ ਉਹਨਾਂ ਕੋਲ ਵਸਾਇਲ ਨਹੀਂ ਹੈ, ਫੋਰੈਂਸਿਕ ਨਹੀਂ ਹੈ, ਕਿਉਂਕਿ ਅਸੀਂ ਪੁਰਾਣੇ ਤਰੀਕੇ 'ਤੇ ਹੀ ਕਿ ਅਗਰ ਕਿਸੇ ਜਗ੍ਹਾ 'ਤੇ ਕੋਈ ਮਰਡਰ ਹੁੰਦਾ ਤੇ ਉਹਦੇ ਕੋਈ ਰਿਸ਼ਤੇਦਾਰ, ਕੋਈ ਉਹਦਾ ਅਜ਼ੀਜ਼, ਕੋਈ ਦੋਸਤ ਉਹ ਆ ਕੇ ਗਵਾਹੀ ਦਿੰਦਾ ਕਿ ਮੈਂ ਦੇਖਿਆ ਸੀ। ਹਾਲਾਂਕਿ ਉਹਦੇ ਨਾਲੋਂ ਜ਼ਿਆਦਾ ਇਫੈਕਟਿਵ ਐਵੀਡੈਂਸ ਜਿਹੜੀ ਹੈ ਉਹ ਕਲੈਕਟ ਕੀਤੀ ਜਾ ਸਕਦੀ ਹੈ ਔਰ ਉਹ ਫੋਰੈਂਸਿਕ ਹੈ। ਤੇ ਪੁਲਿਸ ਨੂੰ ਚਾਹੀਦਾ ਕਿ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੇ, ਔਰ ਅਗਰ ਪੁਲਿਸ ਅੱਛੇ ਤਰੀਕੇ ਨਾਲ ਇਨਵੈਸਟੀਗੇਟ ਕਰੇਗੀ ਤੇ ਕੇਸਿਸ ਦਾ ਜਿਹੜਾ ਰਿਜ਼ਲਟਸ ਨੇ ਉਹ ਬਹੁਤ ਮੁਖਤਲਿਫ ਹੁਣ ਹੋਣਗੇ। ਤਾਂ ਤਖੀਰ ਹੋਣੀ ਚਾਹੀਦੀ, ਹੁਣ ਤੇ ਜਦੀਦ ਹਰ ਚੀਜ਼ ਟੈਕਨੋਲੋਜੀ ਮੌਜੂਦ ਹੈ, ਤੇ ਤਖੀਰ ਦਾ ਤੁਸੀਂ ਕੋਈ ਦੇਖੋ ਮੇਰਾ ਨਾ ਖਿਆਲ ਕੋਈ ਸਬਬ ਨਹੀਂ ਹੋਣਾ ਟ੍ਰੇਸਿੰਗ ਚਾਹੀਦਾ। ਹੈ, DNA ਹੈ, ਮਸਲਨ ਅਗਰ ਤੁਸੀਂ ਕੋਈ ਬੰਦਾ ਕਿਸੇ ਜਗ੍ਹਾ ਤੇ ਮੌਜੂਦ ਹੈ, ਉਹਨੂੰ ਤੁਸੀਂ ਉਹਦੇ ਕਿਸੇ ਵੀ ਪਾਰਟ ਦਾ, ਉਹਦਾ ਕੋਈ ਵਾਲ ਡਿੱਗ ਜਾਂਦਾ ਹੈ, ਕੋਈ ਹੋਰ ਚੀਜ਼ ਹੈ, ਕਿਸੇ ਟੱਚ ਕੀਤਾ, ਉਹਦਾ DNA ਤੁਸੀਂ ਉੱਥੋਂ ਕਲੈਕਟ ਕਰ ਸਕਦੇ ਹੋ। ਮੋਬਾਈਲ ਫੋਨਸ ਨੇ, ਉਹਨਾਂ ਦੀ CDR ਹੈ, ਜੀਓ ਫੈਂਸਿੰਗ ਹੈ, ਉਹ ਤੁਹਾਨੂੰ ਉਹਦੀ ਲੋਕੇਸ਼ਨ ਦਾ ਪਤਾ ਚੱਲ ਜਾਂਦਾ ਹੈ। ਇਹ तमाम ਚੀਜ਼ਾਂ ਜਿਹੜੀਆਂ ਨੇ ਅਗਰ ਇਹਨਾਂ ਨੂੰ ਇਸਤੇਮਾਲ ਕੀਤਾ ਜਾਏ, ਅਗਰ ਇਨਵੈਸਟੀਗੇਸ਼ਨ 'ਚ ਇਹਨਾਂ ਨੂੰ ਲਿਆਇਆ ਜਾਏ ਤਾਂ ਮੇਰਾ ਖਿਆਲ ਹੈ ਕਿ ਕ੍ਰਿਮੀਨਲ ਜਸਟਿਸ ਸਿਸਟਮ ਜਿਹੜਾ ਉਹ ਬਹੁਤ ਇੰਪਰੂਵ ਕਰ ਜਾਏਗਾ। ਕੋਰਟਸ ਦੀ ਵਰਕਿੰਗ ਪਾਕਿਸਤਾਨ ਵਿੱਚ ਬਹੁਤ ਬਿਹਤਰ ਹੈ, ਪੂਅਰ ਨਹੀਂ ਹੈ, ਲੇਕਿਨ ਅਨਫੋਰਚੂਨੇਟਲੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅਪ ਟੂ ਮਾਰਕ ਨਹੀਂ ਹੈ, ਉਹਨੂੰ ਬਿਹਤਰ ਕਰਨੇ ਦੀ ਜ਼ਰੂਰਤ। दरमियान च वकला खड़े ने, एक तरफ पुलिस, एक तरफ जजिस इंसाफ कर रहे हैं, दरमियान च वकला खड़े ने, और इंसाफ तो सिर्फ एक साइल है जिन्होंने चाहिए, यानी कि ਤੁਹਾਡੇ ਮੁਤਾਬਕ ਹੈ ਵੇ ਕਿ ਜੁਡੀਸ਼ੀਅਲ ਨਿਜ਼ਾਮ ਬਿਹਤਰ ਕੋਈ ਇੰਪਰੂਵ ਹੋਣ ਦੇ ਕੋਈ ਹੈ ਨਹੀਂ ਸਿਸਟਮ 'ਚ ਨਾ ਹਰ ਹੋਰ ਬੰਦਾ ਜ਼ਿਆਦਾ ਜਿਹੜਾ ਹੈ, ਮਤਲਬ ਜੱਜਸ ਨੇ, ਲਾਇਰਸ ਨੇ, ਔਰ ਈਵਨ ਸਟਾਫ ਕੋਰਟ ਦਾ ਜਿਹੜਾ ਹੈ ਉਹ तमाम ਬਹੁਤ ਅਹਿਮ ਨੇ। ਲਾਇਰਸ ਦਾ ਰੋਲ ਬਹੁਤ ਅਹਿਮ ਹੈ, ਔਰ ਮੈਜੋਰਿਟੀ ਮਤਲਬ ਇਹ तमाम ਚੀਜ਼ਾਂ ਦੇ ਜੋ ਮੀਡੀਆ 'ਚ ਚੱਲਦੀਆਂ ਨੇ, ਲਾਇਰਸ ਜਿਹੜੇ ਨੇ ਉਹ ਪੋਜ਼ਿਟਿਵ ਰੋਲ ਪਲੇ ਕਰ ਰਹੇ ਨੇ, ਲੇਕਿਨ ਅਸੀਂ तमाम ਡਿਪੈਂਡ ਕਰਨੇ ਆ ਕੇਸ ਦੀ ਇਨਵੈਸਟੀਗੇਸ਼ਨ 'ਤੇ। ਅਗਰ ਇਨਵੈਸਟੀਗੇਸ਼ਨ ਬਿਹਤਰ ਹੋਏਗੀ ਫਿਰ ਉਹਦੇ ਰਿਜ਼ਲਟਸ ਬਿਹਤਰ ਹੋ ਜਾਣਗੇ। ਵਕਲਾ ਜਿਹੜੇ ਨੇ ਉਹਨਾਂ ਨੂੰ ਸਿਰਫ ਇੱਕ ਮੈਂ ਰਿਕੁਐਸਟ ਕਰਾਂਗਾ ਕਿ ਉਹ ਕੰਸਨਟਰੇਟ ਕਰਨ ਆਪਣੀ ਪ੍ਰੋਫੈਸ਼ਨਲ ਡਿਊਟੀਜ਼ 'ਤੇ। ਜਿਹੜੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੇ, ਪੋਲੀਟੀਕਲ ਇਨਵੋਲਵਮੈਂਟ ਹੈ, ਉਹਨੂੰ ਘਟਾਉਣਾ ਚਾਹੀਦਾ ਔਰ ਆਪਣੇ ਪ੍ਰੋਫੈਸ਼ਨ ਇਨਸ਼ਾਅੱਲਾ ਉਮੀਦ ਹੈ ਹਾਲਾਤ ਜਲਦ ਬਿਹਤਰ ਹੋਣਗੇ। ਵਸੀਮ ਭੱਟ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਸਰ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਤਸ਼ਰੀਫ ਲੈ ਕੇ ਆਏ ਹੋ। ਤੁਹਾਡੀਆਂ ਗੱਲਾਂ ਤੋਂ ਯਕੀਨੀ ਤੌਰ ਤੇ ਸਾਡੇ ਨਾਜ਼ਰੀਨ ਜ਼ਰੂਰ ਮਹਿਜ਼ੂਜ਼ ਹੋਏ ਹੋਣ, ਸਿੱਖਣਗੇ ਵੀ ਬਹੁਤ ਕੁਝ। ਚੋਈ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ, ਇਫਤਖਾਰ ਚੋਈ ਸਾਹਿਬ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਤਸ਼ਰੀਫ ਲੈ ਕੇ ਆਏ ਹੋ। ਨਾਜ਼ਰੀਨ, ਅੱਜ ਉਮੀਦ ਹੈ ਕਿ ਅਸੀਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਆਪਣੇ ਪੈਨਲ ਦੀ ਮੌਜੂਦਗੀ 'ਚ, ਤੁਹਾਨੂੰ ਜ਼ਰੂਰ ਉਹ ਸਾਰਾ ਕੁਝ ਸਮਝਣ 'ਚ, ਸਿੱਖਣ 'ਚ ਆਸਾਨੀ ਹੋਈ ਹੋਏਗੀ। ਇੱਕ ਚੀਜ਼ ਤੇ ਕਲੀਅਰ ਹੋ ਗਈ ਹੈ ਕਿ ਜਿਹੜੇ ਟੈਕਸ ਅਦਾ ਕਰਦੇ ਨੇ, ਫਾਇਲਰ ਹੁੰਦੇ ਨੇ, ਉਹਨਾਂ ਨੂੰ ਯਕੀਨੀ ਤੌਰ ਤੇ ਫਾਇਦਾ ਮਿਲਦਾ ਹੈ। ਔਰ ਜਿਹੜਾ ਅਸੀਂ ਫੌਜਦਾਰੀ ਕਾਨੂੰਨ ਤੁਹਾਡੇ ਨਾਲ ਡਿਸਕਸ ਕੀਤਾ ਹੈ, ਬੜੀ ਉਮੀਦ ਹੈ ਕਿ ਤੁਹਾਨੂੰ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਅੱਛਾ ਪੈਗਾਮ ਤੁਹਾਡੇ ਤੱਕ ਪਹੁੰਚਿਆ ਹੋਏਗਾ। ਅਗਰ ਕੋਈ ਸਾਡੇ ਕੋਲ ਕੋਈ ਚੀਜ਼ ਜਿਹੜੀ ਮਿਸ ਹੋ ਗਈ, ਰਹਿ ਗਈ, ਆਪਣੀ ਰਾਏ ਦਾ ਜ਼ਰੂਰ ਇਜ਼ਹਾਰ ਕਰੋ, ਤਾਂ ਕਿ ਅਸੀਂ ਆਇੰਦਾ ਆਉਣ ਵਾਲੇ ਪ੍ਰੋਗਰਾਮ ਵਿੱਚ ਤੁਹਾਡੇ ਵਾਸਤੇ ਬਿਹਤਰ ਤੋਂ ਬਿਹਤਰ ਕਰ ਸਕੀ। ਆਪਣਾ ਤੇ ਆਪਣੇ ਇਰਦ ਗਿਰਦ ਦੇ ਮਾਹੌਲ ਦਾ ਬਹੁਤ ਖਿਆਲ ਰੱਖੋ। ਅੱਲਾ ਨਿਗਹਿਬਾਨ।